गुड मॉर्निंग स्टूडेंट्स। ਅੱਜ ਅਸੀਂ 10ਵੀਂ ਦੇ ਨਾਗਰਿਕ ਸ਼ਾਸਤਰ ਦੇ ਪਾਠ ਨੰਬਰ 1 ਜਿਸ ਦਾ ਨਾਮ ਹੈ ਭਾਰਤੀ ਸੰਵਿਧਾਨ ਦੀਆਂ ਵਿਸ਼ੇਸ਼ਤਾਵਾਂ ਬਾਰੇ ਪੜਾਂਗੇ। ਭਾਰਤੀ ਸੰਵਿਧਾਨ ਦੀਆਂ ਵਿਸ਼ੇਸ਼ਤਾਵਾਂ ਪੜਨ ਤੋਂ ਪਹਿਲਾਂ ਸਾਡਾ ਜਾਣਨਾ ਜ਼ਰੂਰੀ ਹੈ ਕਿ ਸੰਵਿਧਾਨ ਕੀ ਹੁੰਦਾ ਹੈ। ਸੰਵਿਧਾਨ ਇੱਕ ਮੌਲਿਕ ਕਾਨੂੰਨੀ ਦਸਤਾਵੇਜ਼ ਹੁੰਦਾ ਹੈ ਜਿਸ ਦੇ ਅਨੁਸਾਰ ਦੇਸ਼ ਦੀ ਸਰਕਾਰ ਕੰਮ ਕਰਦੀ ਹੈ। ਇਹ ਸੰਵਿਧਾਨ ਸਾਰੇ ਕਾਨੂੰਨਾਂ ਤੋਂ ਉੱਪਰ, ਸਾਰੇ ਕਾਨੂੰਨਾਂ ਤੋਂ ਸ੍ਰੇਸ਼ਟ ਹੁੰਦਾ ਹੈ। ਮੀਨਸ ਪੂਰੇ ਦੇਸ਼ ਵਿੱਚ ਸਰਕਾਰ ਦੁਆਰਾ ਕੋਈ ਵੀ ਅਜਿਹਾ ਕਾਨੂੰਨ ਨਹੀਂ ਬਣਾਇਆ ਜਾ ਸਕਦਾ ਜਿਹੜਾ ਸਾਡੇ ਸੰਵਿਧਾਨ ਦੇ ਵਿਰੁੱਧ ਹੋਵੇ ਜਾਂ ਜੋ ਸਾਡੇ ਸੰਵਿਧਾਨ ਦੀ ਉਲੰਘਣਾ ਕਰਦਾ ਹੋਵੇ। ਦੇਸ਼ ਦੀ ਸਰਕਾਰ ਦਾ ਕੰਮ ਆ ਦੇਸ਼ 'ਚ ਸ਼ਾਂਤੀ ਬਣਾ ਕੇ ਰੱਖਣਾ, ਕਾਨੂੰਨ ਵਿਵਸਥਾ ਬਣਾ ਕੇ ਰੱਖਣਾ। ਪਰ ਇਹ ਕੰਮ ਦੇ ਲਈ ਸਰਕਾਰ ਆਪਣੀ ਮਨਮਰਜ਼ੀ ਦਾ ਕਾਨੂੰਨ ਨਹੀਂ ਬਣਾ ਸਕਦੀ। ਸਰਕਾਰ ਨੇ ਜੋ ਵੀ ਕਾਨੂੰਨ ਬਣਾਉਣਾ ਆ ਉਸ ਦਾ ਸੰਵਿਧਾਨ ਦੇ ਅਨੁਸਾਰ ਹੋਣਾ ਬਹੁਤ ਜ਼ਰੂਰੀ ਹੈ। ਸਾਡਾ ਸੰਵਿਧਾਨ 9 ਦਸੰਬਰ 1946 ਨੂੰ ਬਣਨਾ ਸ਼ੁਰੂ ਹੋਇਆ ਸੀ। 26 ਨਵੰਬਰ 1949 ਨੂੰ ਸੰਵਿਧਾਨ ਸਭਾ ਦੁਆਰਾ ਇਸ ਨੂੰ ਪਾਸ ਕੀਤਾ ਗਿਆ ਅਤੇ 26 ਜਨਵਰੀ 1950 ਨੂੰ ਇਸ ਨੂੰ ਲਾਗੂ ਕੀਤਾ ਗਿਆ। ਇਸ ਤੋਂ ਬਾਅਦ ਅਸੀਂ ਪੜ੍ਹਾਂਗੇ ਪ੍ਰਸਤਾਵਨਾ ਬਾਰੇ। ਪ੍ਰਸਤਾਵਨਾ ਪ੍ਰੀਐਂਬਲ, ਜਿਵੇਂ ਸਾਡੀ ਬੁੱਕ ਦੇ ਅੱਗੇ ਇੱਕ ਭੂਮਿਕਾ ਹੁੰਦੀ ਹੈ। ਭੂਮਿਕਾ ਵਿੱਚ ਕੀ ਹੁੰਦਾ ਕਿ ਜੋ ਕੁਝ ਬੁੱਕ ਦੇ ਵਿੱਚ ਲਿਖਿਆ ਉਹਦਾ ਨਿਚੋੜ ਭੂਮਿਕਾ ਵਿੱਚ ਦਿੱਤਾ ਗਿਆ ਹੁੰਦਾ। ਉਸੇ ਤਰ੍ਹਾਂ ਸਾਡੇ ਸੰਵਿਧਾਨ ਦੇ ਅੱਗੇ ਪ੍ਰੀਐਂਬਲ ਹੁੰਦੀ ਹੈ, ਪ੍ਰਸਤਾਵਨਾ ਹੁੰਦੀ ਹੈ, ਜਿਹਦੇ ਵਿੱਚ ਕੀ ਹੁੰਦਾ ਆ ਕਿ ਪ੍ਰਸਤਾਵਨਾ ਦੇ ਵਿੱਚ ਜੋ ਸੰਵਿਧਾਨ ਦੇ ਵਿੱਚ ਉਦੇਸ਼ ਜਾਂ ਆਦਰਸ਼ ਦਿੱਤੇ ਹੋਏ ਨੇ, ਜੋ ਸੰਵਿਧਾਨ 'ਚ ਲਿਖਿਆ ਉਹਦਾ ਨਿਚੋੜ ਪ੍ਰਸਤਾਵਨਾ ਦੇ ਵਿੱਚ ਲਿਖਿਆ ਗਿਆ ਹੁੰਦਾ ਆ। ਇਸੇ ਕਰਕੇ ਪ੍ਰਸਤਾਵਨਾ ਨੂੰ ਸੰਵਿਧਾਨ ਦੀ ਕੁੰਜੀ, ਸੰਵਿਧਾਨ ਦੀ ਆਤਮਾ ਜਾਂ ਸੰਵਿਧਾਨ ਦਾ ਸ਼ੀਸ਼ਾ ਵੀ ਕਿਹਾ ਜਾਂਦਾ ਹੈ। ਪ੍ਰਸਤਾਵਨਾ ਦੇ ਵਿੱਚ ਕਿਹੜੇ ਸ਼ਬਦਾਂ ਨਾਲ ਸ਼ੁਰੂ ਹੁੰਦੀ ਹੈ? ਪ੍ਰਸਤਾਵਨਾ ਵਿੱਚ ਕੀ ਕਿਹਾ ਗਿਆ ਹੈ? ਅਸੀਂ ਭਾਰਤ ਦੇ ਲੋਕ ਭਾਰਤ ਨੂੰ ਪ੍ਰਭੂ ਸੱਤਾ ਸੰਪੰਨ, ਸਮਾਜਵਾਦੀ, ਧਰਮ ਨਿਰਪੱਖ, ਲੋਕਤੰਤਰੀ ਗਣਰਾਜ ਘੋਸ਼ਿਤ ਕਰਦੇ ਹਾਂ। ਇਹਦੇ ਵਿੱਚ ਪ੍ਰਭੂ ਸੱਤਾ ਸੰਪੰਨ ਸ਼ਬਦ ਦਾ ਅਰਥ ਹੈ ਕਿ ਜੋ ਸਾਡਾ ਭਾਰਤ ਦੇਸ਼ ਆ ਉਹ ਅੰਦਰੂਨੀ ਮਾਮਲਿਆਂ ਦੇ ਵਿੱਚ ਅਤੇ ਵਿਦੇਸ਼ੀ ਸੰਬੰਧਾਂ ਦੇ ਲਈ ਕਿਸੇ ਦੂਸਰੇ ਦੇਸ਼ਾਂ ਦੇ ਨਿਯੰਤਰਣ ਤੋਂ ਮੁਕਤ ਆ। ਮੀਨਸ ਅਸੀਂ ਆਪਣੇ ਅੰਦਰੂਨੀ ਮਾਮਲਿਆਂ ਸੰਬੰਧੀ ਕੋਈ ਕਾਨੂੰਨ ਜਾਂ ਨੀਤੀ ਬਣਾਉਣੀ ਆ ਜਾਂ ਵਿਦੇਸ਼ੀ ਸੰਬੰਧਾਂ ਨੂੰ ਲੈ ਕੇ ਕੋਈ ਕਾਨੂੰਨ ਜਾਂ ਨੀਤੀ ਬਣਾਉਣੀ ਆ ਤਾਂ ਉਹਦੇ ਲਈ ਅਸੀਂ ਕਿਸੇ ਦੂਸਰੇ ਦੇਸ਼ ਦੇ ਕੰਟਰੋਲ ਦੇ ਵਿੱਚ ਨਹੀਂ ਹੈ। ਇਹਦੇ ਵਿੱਚ ਅਸੀਂ ਆਪਣੀ ਮਰਜ਼ੀ ਕਰਦੇ ਹਾਂ। ਸਾਡਾ ਦੇਸ਼ ਇਹਦੇ ਲਈ ਕਿਸੇ ਦੇ ਨਿਯੰਤਰਣ ਦੇ ਵਿੱਚ ਨਹੀਂ ਹੈ। ਦੂਸਰਾ ਸ਼ਬਦ ਹੈ ਸਮਾਜਵਾਦੀ। ਸਮਾਜਵਾਦੀ ਤੋਂ ਭਾਵ ਆ ਕਿ ਸਾਡੇ ਦੇਸ਼ ਵਿੱਚ ਨਾਗਰਿਕਾਂ ਨੂੰ ਆਪਣਾ ਵਿਕਾਸ ਕਰਨ ਦੇ ਲਈ ਇੱਕੋ ਜਿਹੇ ਅਵਸਰ, ਇੱਕੋ ਜਿਹੇ ਮੌਕੇ ਦਿੱਤੇ ਜਾਣਗੇ। ਅਮੀਰ ਅਤੇ ਗਰੀਬ ਦੇ ਵਿਚਕਾਰ ਕੋਈ ਅੰਤਰ ਨਹੀਂ ਹੋਏਗਾ। ਸਾਰਿਆਂ ਨੂੰ ਇੱਕੋ ਜਿਹਾ ਸਮਾਜਿਕ, ਆਰਥਿਕ, ਰਾਜਨੀਤਿਕ ਨਿਆਂ ਮਿਲੇਗਾ। ਅਗਲਾ ਸ਼ਬਦ ਹੈ ਧਰਮ ਨਿਰਪੱਖ। ਧਰਮ ਨਿਰਪੱਖ ਤੋਂ ਭਾਵ ਹੈ ਕਿ ਰਾਜ ਦਾ ਆਪਣਾ ਕੋਈ ਵੀ ਧਰਮ ਨਹੀਂ ਹੋਵੇਗਾ। ਸਾਡੇ ਦੇਸ਼ ਵਿੱਚ ਸਾਰੇ ਧਰਮਾਂ ਦਾ ਬਰਾਬਰ ਆਦਰ ਸਤਿਕਾਰ ਕੀਤਾ ਜਾਂਦਾ ਹੈ। ਧਰਮ ਦੇ ਆਧਾਰ 'ਤੇ ਕਿਸੇ ਵੀ ਨਾਗਰਿਕ ਨਾਲ ਕੋਈ ਵਿਤਕਰਾ ਨਹੀਂ ਕੀਤਾ ਜਾਂਦਾ। ਅਗਲਾ ਸ਼ਬਦ ਹੈ ਲੋਕਤੰਤਰੀ। ਲੋਕਤੰਤਰੀ ਹੈ ਕਿ ਸਾਡੇ ਦੇਸ਼ ਵਿੱਚ ਸ਼ਾਸਨ ਦੀ ਸਰਵਉੱਚ ਸ਼ਕਤੀ ਹੈ ਜਿਹੜੀ ਉਹ ਲੋਕਾਂ ਕੋਲ ਆ, ਕਿਸੇ ਖਾਸ ਵਰਗ ਜਾਂ ਸ਼੍ਰੇਣੀ ਕੋਲ ਨਹੀਂ ਹੈ। ਜਿਵੇਂ ਆਪਾਂ ਕਹਿ ਹੀ ਦਿੰਦੇ ਹਾਂ ਕਿ ਲੋਕਤੰਤਰ ਲੋਕਾਂ ਦੀ, ਇਬਰਾਹਿਮ ਲਿੰਕਨ ਦੀ ਇੱਕ ਡੈਫੀਨੇਸ਼ਨ ਆ, ਲੋਕਤੰਤਰ ਲੋਕਾਂ ਦੀ, ਲੋਕਾਂ ਦੁਆਰਾ, ਲੋਕਾਂ ਲਈ ਸਰਕਾਰ ਹੈ। ਮੀਨਸ ਕਿ ਸਾਡੇ ਦੇਸ਼ ਵਿੱਚ ਸ਼ਾਸਨ ਦੀ ਅੰਤਿਮ ਸ਼ਕਤੀ ਲੋਕਾਂ ਕੋਲ ਹੈ। ਨੈਕਸਟ ਵਰਡ ਹੈ ਗਣਰਾਜ। ਗਣਰਾਜ ਦਾ ਮਤਲਬ ਹੈ ਕਿ ਜਿਹੜਾ ਸਾਡੇ ਦੇਸ਼ ਦਾ ਮੁਖੀ ਆ ਉਹ ਕੋਈ ਬਾਦਸ਼ਾਹ ਨਹੀਂ ਹੈ ਜਾਂ ਕੋਈ ਜੱਦੀ ਰਾਜੇ ਮਹਾਰਾਜੇ ਨਹੀਂ ਹੈਗੇ ਸਾਡੇ ਦੇਸ਼ ਦੇ ਮੁਖੀ। ਸਾਡੇ ਦੇਸ਼ ਦਾ ਮੁਖੀ ਰਾਸ਼ਟਰਪਤੀ ਹੈ, ਜਿਸ ਨੂੰ ਕਿ ਜਨਤਾ ਦੁਆਰਾ ਚੁਣੇ ਗਏ ਪ੍ਰਤੀਨਿਧਾਂ ਦੇ ਦੁਆਰਾ ਚੁਣਿਆ ਜਾਂਦਾ ਹੈ ਨਿਸ਼ਚਿਤ ਸਮੇਂ ਦੇ ਲਈ। ਇਹ ਹੋ ਗਏ ਪ੍ਰਸਤਾਵਨਾ ਦੇ ਵਿੱਚ ਲਿਖੇ ਹੋਏ ਸ਼ਬਦਾਂ ਦੀ ਮੀਨਿੰਗ। ਉਸ ਤੋਂ ਬਾਅਦ ਆਉਂਦੇ ਆ ਸੰਵਿਧਾਨ ਦੀਆਂ ਵਿਸ਼ੇਸ਼ਤਾਵਾਂ, ਜੋ ਸਾਡਾ ਐਕਚੁਅਲ ਟੌਪਿਕ ਅੱਜ ਦਾ ਹੈ। ਪਹਿਲੀ ਵਿਸ਼ੇਸ਼ਤਾ ਹੈ ਲੰਬਾ ਅਤੇ ਵਿਸਤ੍ਰਿਤ ਸੰਵਿਧਾਨ। ਸਾਡੇ ਸੰਸਾਰ ਦੇ ਵਿੱਚ ਜਿੰਨੇ ਵੀ ਸੰਵਿਧਾਨ ਬਣੇ ਹੋਏ ਨੇ ਉਹਨਾਂ ਵਿੱਚੋਂ, ਸੰਸਾਰ ਦੇ ਸਾਰੇ ਸੰਵਿਧਾਨਾਂ ਦੇ ਵਿੱਚੋਂ ਸਾਡੇ ਭਾਰਤ ਦਾ ਸੰਵਿਧਾਨ ਸਭ ਤੋਂ ਲੰਬਾ ਅਤੇ ਵਿਸਤ੍ਰਿਤ ਸੰਵਿਧਾਨ ਆ। ਪਹਿਲਾਂ ਇਹਦੀਆਂ 395 ਅਨੁਛੇਦ ਸੀ ਅਤੇ 8 ਅਨੁਸੂਚੀਆਂ ਸੀ, ਜਦੋਂ ਕਿ ਹੁਣ 448 ਅਨੁਛੇਦ ਅਤੇ 12 ਅਨੁਸੂਚੀਆਂ ਸਾਡੇ ਸੰਵਿਧਾਨ ਦੀਆਂ ਹੈਗੀਆਂ ਨੇ। ਅਤੇ ਹੁਣ ਤੱਕ 104 ਸੋਧਾਂ ਜਿਹੜੀਆਂ ਨੇ, ਅਮੈਂਡਮੈਂਟਸ ਨੇ ਜਿਹੜੀਆਂ ਸਾਡੇ ਸੰਵਿਧਾਨ ਦੇ ਵਿੱਚ ਹੋ ਚੁੱਕੀਆਂ ਨੇ। ਬਹੁਤ ਹੀ ਲੰਬਾ ਸੰਵਿਧਾਨ ਹੈ ਸਾਡਾ। ਨੈਕਸਟ ਆ ਲਚਕੀਲਾ ਅਤੇ ਕਠੋਰ ਸੰਵਿਧਾਨ। ਲਚਕੀਲਾ ਹੁੰਦਾ ਆ ਜਦੋਂ ਸੰਵਿਧਾਨ 'ਚ ਕੋਈ ਵੀ ਸੋਧ ਕਰਨੀ ਹੋਵੇ ਉਹ ਈਜ਼ੀਲੀ ਕੀਤੀ ਜਾ ਸਕੇ। ਕਠੋਰ ਹੁੰਦਾ ਹੈ ਕਿ ਸੰਵਿਧਾਨ 'ਚ ਸੋਧ ਕਰਨੀ ਹੈ ਜਿਹੜੀ, ਉਹਦਾ ਕੋਈ ਤਰੀਕਾ ਜਿਹੜਾ ਵਾ ਉਹ ਜ਼ਿਆਦਾ ਸੌਖਾ ਨਹੀਂ ਹੁੰਦਾ, ਥੋੜ੍ਹਾ ਔਖਾ ਹੁੰਦਾ ਹੈ। ਤਾਂ ਸਾਡਾ ਸੰਵਿਧਾਨ ਹੈ ਜਿਹੜਾ ਉਹ ਨਾ ਜ਼ਿਆਦਾ ਕਠੋਰ ਆ, ਨਾ ਜ਼ਿਆਦਾ ਲਚਕੀਲਾ ਹੈ, ਉਹਦੇ ਵਿਚਕਾਰਲਾ ਆ। ਮੀਨਸ ਕਿ ਇਸੇ ਕਰਕੇ ਕਹਿੰਦੇ ਕਿ ਕਠੋਰ ਅਤੇ ਲਚਕੀਲੇ ਦਾ ਮਿਕਸਚਰ ਹੈ ਕਿ ਕਈ ਸੋਧਾਂ ਨੇ ਇੱਥੇ ਈਜ਼ੀਲੀ ਹੋ ਜਾਂਦੀਆਂ ਨੇ, ਪਰ ਸਰਕਾਰ ਆਪਣੀ ਮਨਮਰਜ਼ੀ ਨਾਲ ਕੋਈ ਵੀ ਸੋਧ, ਹਰ ਸੋਧ ਈਜ਼ੀਲੀ ਨਹੀਂ ਕਰ ਸਕਦੀ, ਤਾਂ ਕਠੋਰ ਵੀ ਹੈ।
ਨੈਕਸਟ ਟੌਪਿਕ ਆਪਣੀ ਵਿਸ਼ੇਸ਼ਤਾ ਹੈਗੀ ਆ ਸੰਘਾਤਮਕ ਸਰਕਾਰ। ਸਾਡੇ ਦੇਸ਼ ਵਿੱਚ ਸੰਘਾਤਮਕ ਸ਼ਾਸਨ ਪ੍ਰਣਾਲੀ ਅਪਣਾਈ ਗਈ ਹੈ, ਜਿਹਦੇ ਵਿੱਚ ਇਹ ਲੱਛਣ ਹੋਣੇ ਜ਼ਰੂਰੀ ਨੇ, ਜਿਵੇਂ ਕਿ ਸ਼ਕਤੀਆਂ ਦੀ ਵੰਡ, ਕਿ ਕੇਂਦਰ ਸਰਕਾਰ ਅਤੇ ਰਾਜਾਂ ਦੀਆਂ ਸਰਕਾਰਾਂ ਦੇ ਵਿੱਚ ਸ਼ਕਤੀਆਂ ਦੀ ਵੰਡ ਕੀਤੀ ਗਈ ਹੈ। ਫਿਰ ਦੂਸਰਾ ਪੁਆਇੰਟ ਆ ਗਿਆ ਸੁਤੰਤਰ ਨਿਆਂਪਾਲਿਕਾ, ਕਿ ਸਾਡੇ ਦੇਸ਼ ਵਿੱਚ ਲੋਕਾਂ ਨੂੰ ਨਿਰਪੱਖ ਅਤੇ ਸਸਤਾ ਨਿਆਂ ਦੇਣ ਦੇ ਲਈ ਨਿਆਂਪਾਲਿਕਾ ਬਿਲਕੁਲ ਸੁਤੰਤਰ ਹੈ। ਤੀਸਰੀ ਹੈਗੀ ਹੈ ਕਿ ਲਿਖਤੀ ਸੰਵਿਧਾਨ ਆ ਸਾਡਾ, ਰਿਟਨ ਹੈ। ਫਿਰ ਹੈ ਕਿ ਵਿਧਾਨ ਪਾਲਿਕਾ ਦੇ ਇੱਥੇ 2 ਸਦਨ ਨੇ। ਉਸ ਤੋਂ ਬਾਅਦ ਇਹ ਸਾਰੀਆਂ ਸੰਘਾਤਮਕ ਵਿਸ਼ੇਸ਼ਤਾਵਾਂ ਨੇ, ਪਰ ਸੰਘਾਤਮਕ ਦੇ ਨਾਲ ਨਾਲ ਕੁਝ ਵਿਸ਼ੇਸ਼ਤਾਵਾਂ ਸਾਡੇ ਦੇਸ਼ ਦੇ ਸੰਵਿਧਾਨ ਦੀਆਂ ਇਕਾਤਮਕ ਵੀ ਨੇ। ਉਹ ਕਿਹੜੀਆਂ ਨੇ? ਜਿਵੇਂ ਕਿ ਅਕੈਰੀ ਨਾਗਰਿਕਤਾ, ਕਿ ਅਸੀਂ ਜੇ ਇੰਡੀਆ ਦੇ ਨਾਗਰਿਕ ਹਾਂ ਤਾਂ ਅਸੀਂ ਸਿਰਫ ਇੰਡੀਆ ਦੇ ਨਾਗਰਿਕ ਹਾਂ। ਜੇ ਅਸੀਂ ਪੰਜਾਬ 'ਚ ਰਹਿੰਦੇ ਹਾਂ ਤਾਂ ਸਾਨੂੰ ਦੋਹਰੀ ਨਾਗਰਿਕਤਾ ਨਹੀਂ ਹੈ ਕਿ ਇੰਡੀਆ ਅਤੇ ਪੰਜਾਬ ਦੀ, ਨੋ, ਸਾਡੇ ਇੱਥੇ ਅਕੈਰੀ ਨਾਗਰਿਕਤਾ ਹੀ ਮਿਲਦੀ ਆ। ਅਸੀਂ ਇੰਡੀਆ 'ਚ ਰਹਿੰਦੇ ਹਾਂ ਤਾਂ ਅਸੀਂ ਇੰਡੀਆ ਦੇ ਨਾਗਰਿਕ ਹਾਂ, ਸਾਨੂੰ ਸਿਟੀਜ਼ਨਸ਼ਿਪ ਸਿਰਫ ਇੰਡੀਆ ਦੀ ਹੈ। ਦੂਸਰਾ ਹੈ ਕਿ ਜਿਹੜੇ ਅਸੀਂ ਪਹਿਲਾਂ ਕਿਹਾ ਸੀ ਸੰਘਾਤਮਕ ਵਿਸ਼ੇਸ਼ਤਾ, ਕਿ ਸ਼ਕਤੀਆਂ ਦੀ ਵੰਡ ਕੇਂਦਰ ਅਤੇ ਰਾਜ ਸਰਕਾਰਾਂ ਦੇ ਵਿੱਚ ਕੀਤੀ ਗਈ ਹੈ, ਪਰੰਤੂ ਜੋ ਮਹੱਤਵਪੂਰਨ ਵਿਸ਼ੇ ਨੇ ਉਹ ਸਾਰੇ ਸੰਘੀ ਸੂਚੀ ਦੇ ਵਿੱਚ ਹੀ ਸ਼ਾਮਿਲ ਨੇ। ਮੀਨਸ ਕਿ ਕੇਂਦਰ ਸਰਕਾਰ ਕੋਲ ਹੀ ਸਾਰੇ ਮਹੱਤਵਪੂਰਨ ਵਿਸ਼ੇ ਨੇ ਅਤੇ ਕੇਂਦਰੀ ਸਰਕਾਰ ਨੂੰ ਸਾਡੇ ਦੇਸ਼ ਵਿੱਚ ਜ਼ਿਆਦਾ ਸ਼ਕਤੀਸ਼ਾਲੀ ਬਣਾਇਆ ਗਿਆ ਹੈ। ਫਿਰ ਕਿ ਸਾਡੇ ਸਾਰੇ ਦੇਸ਼ ਦਾ ਸੰਵਿਧਾਨ ਇੱਕ ਹੀ ਹੈ, ਕਿਸੇ ਵੀ ਰਾਜ ਦੇ ਸੰਵਿਧਾਨ ਵੱਖਰਾ ਨਹੀਂ ਹੈ, ਪੂਰੇ ਇੰਡੀਆ ਦਾ ਸੰਵਿਧਾਨ ਇੱਕੋ ਹੀ ਹੈ। ਫਿਰ ਇੱਕ ਹੈਗੀ ਹੈ ਸਾਡੀ ਇਕਾਤਮਕ ਵਿਸ਼ੇਸ਼ਤਾ ਨਿਆਇਕ ਪੁਨਰ ਨਿਰੀਖਣ। ਨਿਆਇਕ ਪੁਨਰ ਨਿਰੀਖਣ ਦੀ ਸ਼ਕਤੀ ਜਿਹੜੀ ਕਿ ਨਿਆਂਪਾਲਿਕਾ ਕੋਲ ਹੈ। ਇਹਦਾ ਮਤਲਬ ਇਹ ਹੈ ਕਿ ਨਿਆਂਪਾਲਿਕਾ ਦੇਖਦੀ ਹੈ ਕਿ ਜੋ ਸੰਸਦ ਨੇ ਜਾਂ ਰਾਜ ਵਿਧਾਨ ਪਾਲਿਕਾਵਾਂ ਨੇ ਕਾਨੂੰਨ ਪਾਸ ਕੀਤੇ ਨੇ ਉਹ ਸੰਵਿਧਾਨ ਦੇ ਅਨੁਸਾਰ ਹਨ ਜਾਂ ਨਹੀਂ। ਜੇਕਰ ਨਿਆਂਪਾਲਿਕਾ ਨੂੰ ਇਹ ਲੱਗਦਾ ਆ ਕਿ ਉਹ ਉਹਨਾਂ ਦੁਆਰਾ ਪਾਸ ਕੀਤਾ ਕੋਈ ਕਾਨੂੰਨ ਸੰਵਿਧਾਨ ਦੇ ਅਨੁਸਾਰ ਨਹੀਂ ਹੈ, ਤਾਂ ਸਾਡੇ ਦੇਸ਼ ਦੀ ਨਿਆਂਪਾਲਿਕਾ ਅਜਿਹੇ ਕਾਨੂੰਨ ਨੂੰ ਰੱਦ ਕਰ ਸਕਦੀ ਹੈ। ਇਸ ਨੂੰ ਕਹਿੰਦੇ ਆ ਨਿਆਇਕ ਪੁਨਰ ਨਿਰੀਖਣ ਦੀ ਸ਼ਕਤੀ, ਜਿਹੜੀ ਕਿ ਨਿਆਂਪਾਲਿਕਾ ਕੋਲ ਹੁੰਦੀ ਹੈ। ਅਗਲੀ ਵਿਸ਼ੇਸ਼ਤਾ ਹੈਗੀ ਹੈ ਸੁਤੰਤਰ ਅਤੇ ਨਿਰਪੱਖ ਨਿਆਂਪਾਲਿਕਾ, ਜਿਹਦੇ ਬਾਰੇ ਅਸੀਂ ਕਰ ਹੀ ਚੁੱਕੇ ਹਾਂ ਕਿ ਸਾਡੇ ਦੇਸ਼ ਦੇ ਵਿੱਚ ਨਾਗਰਿਕਾਂ ਨੂੰ ਬਿਨਾਂ ਕਿਸੇ ਲਾਲਚ ਤੋਂ ਨਿਆਂ ਜਿਹੜੀ ਹੈ ਨਿਆਂਪਾਲਿਕਾ ਦੇ ਦੁਆਰਾ ਦਿੱਤਾ ਜਾਂਦਾ ਹੈ। ਨਿਰਪੱਖ ਜੱਜ ਨੇ ਸਾਡੇ, ਨਿਰਪੱਖ, ਸਸਤਾ, ਛੇਤੀ ਨਿਆਂ ਦੇਣ ਦੇ ਲਈ ਸੁਤੰਤਰ ਅਤੇ ਨਿਰਪੱਖ ਨਿਆਂਪਾਲਿਕਾ ਦੀ ਵਿਵਸਥਾ ਕੀਤੀ ਗਈ ਹੈ। ਨੈਕਸਟ ਟੌਪਿਕ ਹੈਗਾ ਬਾਲਗ ਮਤ ਅਧਿਕਾਰ, ਕਿ ਸਾਡੇ ਦੇਸ਼ ਵਿੱਚ ਜਿਹੜੇ ਵੀ ਔਰਤ ਜਾਂ ਮਰਦ ਜਿਸ ਦੀ ਉਮਰ 18 ਸਾਲ ਜਾਂ ਉਸ ਤੋਂ ਉੱਪਰ ਹੈ ਨੂੰ ਬਿਨਾਂ ਕਿਸੇ ਜਾਤ, ਧਰਮ, ਲਿੰਗ ਦੇ ਭੇਦਭਾਵ ਤੋਂ ਬਰਾਬਰ ਵੋਟ ਦਾ ਅਧਿਕਾਰ ਦਿੱਤਾ ਗਿਆ, ਉਹਨੂੰ ਕਹਿੰਦੇ ਨੇ ਬਾਲਗ ਮਤ ਅਧਿਕਾਰ। ਨੈਕਸਟ ਹੈ ਮੌਲਿਕ ਅਧਿਕਾਰ। ਸਾਡੇ ਸੰਵਿਧਾਨ ਦੇ ਤੀਸਰੇ ਅਧਿਆਏ ਵਿੱਚ 14 ਤੋਂ ਲੈ ਕੇ 32 ਅਨੁਛੇਦ ਤੱਕ ਮੌਲਿਕ ਅਧਿਕਾਰ ਸਾਨੂੰ ਦਿੱਤੇ ਗਏ ਨੇ ਨਾਗਰਿਕਾਂ ਨੂੰ, ਜਿਹੜੇ ਕਿ 6 ਨੇ। ਸੁਤੰਤਰਤਾ ਦਾ ਅਧਿਕਾਰ, ਸਮਾਨਤਾ ਦਾ ਅਧਿਕਾਰ, ਧਾਰਮਿਕ ਆਜ਼ਾਦੀ ਦਾ ਅਧਿਕਾਰ, ਸ਼ੋਸ਼ਣ ਦੇ ਵਿਰੁੱਧ ਅਧਿਕਾਰ, ਸੱਭਿਆਚਾਰਕ ਅਤੇ ਵਿੱਦਿਅਕ ਅਧਿਕਾਰ ਅਤੇ ਸੰਵਿਧਾਨਕ ਉਪਾਵਾਂ ਦਾ ਅਧਿਕਾਰ। ਇਹ ਸਾਨੂੰ 6 ਮੌਲਿਕ ਅਧਿਕਾਰ ਜਿਹੜੇ ਨੇ ਉਹ ਸੰਵਿਧਾਨ ਦੇ ਦੁਆਰਾ ਦਿੱਤੇ ਗਏ ਨੇ, ਜਿਨ੍ਹਾਂ ਦੀ ਉਲੰਘਣਾ ਹੋਣ 'ਤੇ ਅਸੀਂ ਅਦਾਲਤ ਕੋਲ ਵੀ ਜਾ ਸਕਦੇ ਹਾਂ। ਨੈਕਸਟ ਹੈ ਨਾਗਰਿਕਾਂ ਦੇ ਮੌਲਿਕ ਕਰਤੱਵ। ਜਿਵੇਂ ਕਿ ਅਸੀਂ ਪੜ੍ਹਦੇ ਹਾਂ ਕਿ ਅਧਿਕਾਰ ਅਤੇ ਕਰਤੱਵ ਇਹ ਇੱਕੋ ਸਿੱਕੇ ਦੇ 2 ਪਹਿਲੂ ਨੇ, ਕਿ ਅਸੀਂ ਹਮੇਸ਼ਾ ਅਧਿਕਾਰ ਮੰਗਦੇ ਹਾਂ ਪਰ ਕਰਤੱਵਾਂ ਦੀ ਪਾਲਣਾ ਨਹੀਂ ਕਰਦੇ। ਪਰ ਜੇ ਅਸੀਂ ਕਰਤੱਵਾਂ ਦੀ ਪਾਲਣਾ ਨਹੀਂ ਕਰਾਂਗੇ ਤਾਂ ਅਧਿਕਾਰਾਂ ਦਾ ਵੀ ਮਿਲਣਾ ਨਾ ਮਿਲਣਾ ਇੱਕ ਬਰਾਬਰ ਹੋ ਜਾਂਦਾ। ਤਾਂ ਸਾਡੇ ਸੰਵਿਧਾਨ ਦੇ ਵਿੱਚ ਪਹਿਲਾਂ 10 ਮੌਲਿਕ ਕਰਤੱਵ ਸੀ, ਹੁਣ ਇਹ ਸਾਡੇ ਸੰਵਿਧਾਨ ਦੇ ਚੌਥੇ ਅਧਿਆਏ 'ਚ ਸਾਨੂੰ ਮਿਲੇ ਨੇ ਅਤੇ ਹੁਣ ਇਹ 11 ਹੋ ਗਏ ਨੇ। 11ਵੇਂ ਦੇ ਵਿੱਚ ਕੀ ਹੈ ਕਿ ਜਿਹੜੇ ਮਾਤਾ ਪਿਤਾ ਜਾਂ ਸਰਪ੍ਰਸਤ ਨੇ ਉਹਨਾਂ ਲਈ ਕਿਹਾ ਗਿਆ ਹੈ ਕਿ ਉਹਨਾਂ ਨੇ 6 ਸਾਲ ਤੋਂ 14 ਸਾਲ ਤੱਕ ਦੇ ਜਿਹੜੇ ਆਪਣੇ ਬੱਚੇ ਨੇ ਉਹਨਾਂ ਨੂੰ ਸਿੱਖਿਆ ਪ੍ਰਦਾਨ ਕਰਵਾਉਣੀ ਹੈ। ਤਾਂ ਮੇਨ ਸੰਵਿਧਾਨ ਦੀ ਪਾਲਣਾ ਕਰਨਾ, ਉਸਦੇ ਰਾਸ਼ਟਰੀ ਝੰਡੇ, ਰਾਸ਼ਟਰੀ ਗੀਤ ਦਾ ਆਦਰ ਕਰਨਾ, ਦੇਸ਼ ਦੀ ਪ੍ਰਭੂਸੱਤਾ, ਏਕਤਾ, ਅਖੰਡਤਾ ਦੀ ਰੱਖਿਆ ਕਰਨਾ, ਸਾਂਝੇ ਸੱਭਿਆਚਾਰ ਦੇ ਸ਼ਾਨਦਾਰ ਵਿਰਸੇ ਦਾ ਆਦਰ ਕਰਨਾ, ਇੱਦਾਂ ਦੇ 11 ਜਿਹੜੇ ਸਾਡੇ ਮੌਲਿਕ ਕਰਤੱਵ ਸਾਡੇ ਸੰਵਿਧਾਨ ਦੇ ਵਿੱਚ ਸ਼ਾਮਿਲ ਕੀਤੇ ਗਏ ਨੇ। ਇਸ ਤੋਂ ਇਲਾਵਾ ਸਾਰੇ ਨਾਗਰਿਕਾਂ ਦੇ ਲਈ ਬਰਾਬਰ ਅਵਸਰ ਦੇਣ ਦੇ ਲਈ, ਉਹਨਾਂ ਨੂੰ ਸਮਾਜਿਕ, ਰਾਜਨੀਤਿਕ, ਆਰਥਿਕ ਨਿਆਂ ਦੇਣ ਲਈ, ਇੱਕੋ ਕੰਮ ਲਈ ਇੱਕੋ ਜਿਹੇ ਤਨਖਾਹ ਦੇਣ ਲਈ, ਇੱਦਾਂ ਦੇ ਰਾਜਨੀਤੀ ਦੇ ਨਿਰਦੇਸ਼ਕ ਸਿਧਾਂਤ ਵੀ ਸਾਡੇ ਸੰਵਿਧਾਨ ਦੇ ਵਿੱਚ ਸ਼ਾਮਿਲ ਕੀਤੇ ਗਏ ਨੇ। ਅੱਜ ਦੇ ਲਈ ਇੰਨਾ ਹੀ। ਮੈਨੂੰ ਆਸ ਹੈ ਕਿ ਤੁਸੀਂ ਚੰਗੀ ਤਰ੍ਹਾਂ ਘਰ ਬੈਠ ਕੇ ਪੜ੍ਹੋਗੇ। ਧੰਨਵਾਦ।